Hello everyone, welcome to Victor's Knowledge. This is Chinu Sharma, and today in this lecture I am going to cover second week's important current affairs from the month of November. So ਆਪਾਂ ਨੇ ਪਹਿਲੇ ਹਫਤੇ ਦੇ already important one liner current affair cover ਕਰ ਲਏ ਨੇ। ਸੋ ਅੱਜ ਮੈਂ ਤੁਹਾਡੇ ਨਾਲ ਇਸ ਲੈਕਚਰ ਦੇ ਅੰਦਰ ਕਵਰ ਕਰੂੰਗੀ 8 ਤੋਂ ਲੈ ਕੇ 14 ਤਰੀਕ ਤੱਕ ਦੇ important current affair। So we are starting with important days ਤੇ ਸਭ ਤੋਂ ਪਹਿਲਾਂ 8 ਨਵੰਬਰ ਨੂੰ ਮਨਾਇਆ ਜਾਂਦਾ ਹੈ ਇੰਟਰਨੈਸ਼ਨਲ ਡੇ ਆਫ ਰੇਡੀਓਲੋਜੀ ਇੰਟਰਨੈਸ਼ਨਲ ਲੈਵਲ ਤੇ ਇਹਦਾ ਥੀਮ ਸੀ ਇਸ ਸਾਲ ਦਾ ਇੰਟਰਵੈਂਸ਼ਨਲ ਰੇਡੀਓਲੋਜੀ ਐਕਟਿਵ ਕੇਅਰ ਫॉर द ਪੇਸ਼ੈਂਟ। ਨੈਕਸਟ ਨੈਸ਼ਨਲ ਲੈਵਲ ਤੇ 9 ਨਵੰਬਰ ਨੂੰ ਮਨਾਇਆ ਜਾਂਦਾ ਹੈ ਨੈਸ਼ਨਲ ਲੀਗਲ ਸਰਵਿਸਿਜ਼ ਡੇ। ਇਸ ਦਿਨ 1987 ਵਿੱਚ ਲੀਗਲ ਸਰਵਿਸ ਅਥਾਰਟੀ ਐਕਟ ਹੈ ਜਿਹੜਾ ਇਨੈਕਟ ਕੀਤਾ ਗਿਆ ਸੀ। Next, 11 November ਨੂੰ National Education Day, one of the most important days from the month of November. So basically, 11 ਨਵੰਬਰ ਨੂੰ ਕੀ ਹੁੰਦਾ ਹੈ? ਇਸ ਦਿਨ ਮੌਲਾਨਾ ਅਬੁਲ ਕਲਾਮ ਆਜ਼ਾਦ ਜੀ ਦਾ ਬਰਥਡੇ ਹੁੰਦਾ ਹੈ। ਸੋ ਉਹ ਕੌਣ ਸੀ? ਪਹਿਲੇ ਐਜੂਕੇਸ਼ਨ ਮਿਨਿਸਟਰ ਸੀ ਆਜ਼ਾਦ ਭਾਰਤ ਦੇ। ਸੋ ਉਹਨਾਂ ਦੇ ਜਨਮ ਨੂੰ ਯਾਦ ਰੱਖਣ ਦੇ ਲਈ, ਸੈਲੀਬ੍ਰੇਟ ਕਰਨ ਦੇ ਲਈ, ਕਮੈਮੋਰੇਟ ਕਰਨ ਦੇ ਲਈ 11 ਨਵੰਬਰ ਨੂੰ ਨਾਮ ਦਿੱਤਾ ਗਿਆ ਹੈ ਨੈਸ਼ਨਲ ਐਜੂਕੇਸ਼ਨ ਡੇ ਦਾ। ਤੇ ਇਹ ਦਿਨ ਕਿਸ ਦਿਨ ਅਨਾਉਂਸ ਕੀਤਾ ਗਿਆ ਸੀ? ਸੋ ਜਿਹੜੀ HRD ਮਿਨਿਸਟਰੀ ਹੈ ਉਹਨੇ 11 ਸਤੰਬਰ 2008 ਨੂੰ ਅਨਾਉਂਸ ਕੀਤਾ ਸੀ ਕਿ 11 ਨਵੰਬਰ ਨੂੰ ਨੈਸ਼ਨਲ ਐਜੂਕੇਸ਼ਨ ਡੇ ਮਨਾਇਆ ਜਾਊਗਾ। ਸੋ ਮੌਲਾਨਾ ਅਬੁਲ ਕਲਾਮ ਆਜ਼ਾਦ ਜੀ ਐਜੂਕੇਸ਼ਨ ਮਿਨਿਸਟਰ ਰਹੇ ਨੇ ਇੰਡੀਆ ਦੇ 1947 ਤੋਂ ਲੈ ਕੇ 1958 ਤੱਕ। ਸੋ ਕਾਫੀ ਲੰਬੇ ਸਮੇਂ ਤੱਕ ਤੇ ਇਹ ਦਿਨ ਇਹਨਾਂ ਦੇ ਜਨਮ ਦਿਨ ਨੂੰ ਯਾਦ ਕਰਨ ਦੇ ਲਈ ਐਲੋਕੇਟ ਕੀਤਾ। Next is Public Service Broadcasting Day. So ਇਸ ਦਿਨ 12 ਨਵੰਬਰ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ। ਮਹਾਤਮਾ ਗਾਂਧੀ ਜਿਨ੍ਹਾਂ ਨੂੰ ਆਪਾਂ ਫਾਦਰ ਆਫ ਨੇਸ਼ਨ ਕਹਿੰਦੇ ਆ, ਇਹਨਾਂ ਨੇ ਆਲ ਇੰਡੀਆ ਰੇਡੀਓ ਦਾ ਜਿਹੜਾ ਸਟੂਡੀਓ ਹੈ ਦਿੱਲੀ ਦੇ ਵਿੱਚ 1947 ਵਿੱਚ ਉੱਥੇ ਜਾ ਕੇ ਵਿਜ਼ਿਟ ਕੀਤੀ ਸੀ। ਸੋ ਉਹ ਇਹਨਾਂ ਦੀ ਪਹਿਲੀ ਤੇ ਆਖਰੀ ਵਿਜ਼ਿਟ ਸੀ ਆਲ ਇੰਡੀਆ ਰੇਡੀਓ ਸਟੇਸ਼ਨ ਦੇ ਵਿੱਚ। ਸੋ ਇਸ ਦਿਨ ਉਹਨਾਂ ਦੀ ਇਸ ਵਿਜ਼ਿਟ ਨੂੰ ਯਾਦ ਰੱਖਣ ਦੇ ਲਈ, ਕਮੈਮੋਰੇਟ ਕਰਨ ਦੇ ਲਈ ਨਾਮ ਦਿੱਤਾ ਗਿਆ ਪਬਲਿਕ ਸਰਵਿਸ ਬ੍ਰੌਡਕਾਸਟਿੰਗ ਡੇ। ਸੋ ਇਹ ਵੀ ਇੰਪੋਰਟੈਂਟ ਡੇ ਹੈ। ਨੈਕਸਟ ਵਰਲਡ ਲੈਵਲ ਤੇ ਮਨਾਇਆ ਜਾਂਦਾ ਹੈ 12 ਨਵੰਬਰ ਨੂੰ ਹੀ ਵਰਲਡ ਨਿਊਮੋਨੀਆ ਡੇ। ਸੋ ਇਸ ਦਿਨ ਜਾਗਰੂਕਤਾ ਪੈਦਾ ਕੀਤੀ ਜਾਂਦੀ ਹੈ ਕਿ ਕਿਵੇਂ ਇਸ ਬਿਮਾਰੀ ਤੋਂ ਬਚਣਾ ਹੈ, ਇਹਦਾ ਟ੍ਰੀਟਮੈਂਟ ਕੀ ਹੈ, ਪ੍ਰੀਵੈਂਸ਼ਨ ਕੀ ਹੈ। ਸੋ ਸਾਰਾ ਦਾ ਸਾਰਾ ਜਿਹੜਾ ਐਕਸ਼ਨ ਹੈ ਇਸ ਡਿਸੀਜ਼ ਨੂੰ ਕੰਬੈਟ ਕਰਨ ਦਾ, ਉਹਦੇ ਬਾਰੇ ਬੇਸਿਕਲੀ ਅਵੇਅਰਨੈਸ ਰੇਜ਼ ਕੀਤੀ ਜਾਂਦੀ ਹੈ। ਨੈਕਸਟ ਕਮਸ ਸਪੋਰਟਸ ਨਿਊਜ਼। ਸੋ ਇੰਡੀਅਨ ਵਿਮਨ ਪਿਸਟਲ ਸਟਾਰ ਮਨੂ ਭਾਕਰ ਤੇ ਈਰਾਨ ਦੀ 올림픽 ਚੈਂਪੀਅਨ ਜਵਾਦ ਫਰੋਗੇ ਇਹਨਾਂ ਨੇ ਮਿਕਸ ਟੀਮ ਦੇ ਵਿੱਚ 10 ਮੀਟਰ 에ਅਰ ਪਿਸਟਲ ਵਿੱਚ ਗੋਲਡ ਮੈਡਲ ਜਿੱਤਿਆ। ਸੋ ਇਹ ਗੋਲਡ ਮੈਡਲ ਜਿੱਤਿਆ ISSF ਪ੍ਰੈਜ਼ੀਡੈਂਟ ਕੱਪ ਵਿੱਚ ਤੇ ਇਹ ਕੱਪ ਕਿੱਥੇ ਕਰਵਾਇਆ ਗਿਆ? ਪੋਲੈਂਡ ਵਿੱਚ। ਤੇ ਇਸ ਲੈਕਚਰ ਦੇ ਵਿੱਚ ਆਪਾਂ ਲਾਸਟ ਉੱਤੇ ਇਸ ਕੱਪ ਦੇ ਜੋ ਵੀ ਇੰਪੋਰਟੈਂਟ ਵਿਨਰਸ ਨਿਕਲ ਕੇ ਆਏ ਨੇ, ਮੈਡਲ ਵਿਨਰਸ ਨੇ, ਉਹਨਾਂ ਦੀ ਆਪਾਂ ਲਿਸਟ ਦੇਖਾਂਗੇ। ਸੋ ਤੁਸੀਂ ਯਾਦ ਰੱਖਣਾ ਹੈ ISSF ਪ੍ਰੈਜ਼ੀਡੈਂਟ ਕੱਪ ਪੋਲੈਂਡ ਤੇ ਮਿਕਸਡ 골ਡ ਕਿਹਨੇ ਜਿੱਤਿਆ? 10 ਮੀਟਰ 에ਅਰ ਪਿਸਟਲ ਮਨੂ ਭਾਕਰ ਤੇ ਈਰਾਨ ਦੇ ਜਵਾਦ ਫਰੋਗੀ। ਨੈਕਸਟ ਮੈਕਸ ਵਰਸਟੈਪਨ ਰੈਡ ਬੁਲ ਨਾਲ ਰਿਲੇਟਡ ਨੇ ਨੀਦਰਲੈਂਡ ਤੋਂ, ਇਹਨਾਂ ਨੇ ਜਿੱਤਿਆ 2021 ਦਾ ਮੈਕਸੀਕੋ ਸਿਟੀ ਗ੍ਰੈਂਡ ਪ੍ਰਿਕਸ। ਵੈਰੀ ਇੰਪੋਰਟੈਂਟ। ਟੇਬਲ ਟੈਨਿਸ ਦੇ ਵਿੱਚ ਇੰਡੀਆ ਦੇ ਡੂਓ ਡਬਲ ਮਨਿਕਾ ਬੱਤਰਾ, ਅਰਚਨਾ ਗਿਰੀਸ਼ ਕਾਮਤ ਇਹਨਾਂ ਨੇ ਵਿਮਨ ਡਬਲ ਦਾ ਟਾਈਟਲ ਜਿੱਤਿਆ ਵਰਲਡ TT ਕੰਟੈਂਡਰ ਟੂਰਨਾਮੈਂਟ ਇਨ ਲਾਸਕੋ ਸਲੋਵੇਨੀਆ। ਸੋ ਵਰਲਡ ਟੇਬਲ ਟੈਨਿਸ ਕੰਟੈਂਡਰ ਟੂਰਨਾਮੈਂਟ ਕਰਵਾਇਆ ਗਿਆ ਸੀ ਸਲੋਵੇਨੀਆ ਵਿੱਚ। ਇੱਥੇ ਮਨਿਕਾ ਬੱਤਰਾ ਤੇ ਅਰਚਨਾ ਨੇ ਜਿੱਤ ਹਾਸਿਲ ਕੀਤੀ ਹੈ। ਨੈਕਸਟ ਅਨਦਰ ਇੰਪੋਰਟੈਂਟ ਕੁਐਸਚਨ। ਸੋ ਕਾਫੀ ਵਾਰੀ ਡਾਇਰੈਕਟਲੀ ਐਗਜ਼ਾਮ ਵਿੱਚ ਆ ਜਾਂਦਾ ਹੈ ਕਿ ਨਵੇਂ ਗ੍ਰੈਂਡ ਮਾਸਟਰ ਕੌਣ ਬਣੇ ਨੇ ਇੰਡੀਆ ਦੇ। ਸੋ ਇੰਡੀਆ ਦੇ 71st ਗ੍ਰੈਂਡ ਮਾਸਟਰ ਬਣੇ ਨੇ ਸੰਕਲਪ ਗੁਪਤਾ। ਤੇ ਤੁਸੀਂ ਯਾਦ ਰੱਖੋ ਕਿ ਜਿਹੜੀ ਗ੍ਰੈਂਡ ਮਾਸਟਰ ਦਾ ਟਾਈਟਲ ਹੈ ਇਹ ਦਿੱਤਾ ਜਾਂਦਾ ਹੈ ਚੈਸ ਦੇ ਲਈ। ਨੈਕਸਟ ਇਜ਼ ਇੰਡੀਆ ਦੇ ਕ੍ਰਿਕਟਰ ਨੇ, ਬੈਟਰ ਨੇ ਰੋਹਿਤ ਸ਼ਰਮਾ। ਇਹਨਾਂ ਨੇ T20 ਦੇ 3000 ਰਨ ਨੇ ਕੰਪਲੀਟ ਕੀਤੇ ਨੇ ਤੇ ਇਹ ਤੀਜੇ ਕ੍ਰਿਕਟਰ ਬਣੇ ਨੇ ਵਰਲਡ ਦੇ ਵਿੱਚ ਜਿਨ੍ਹਾਂ ਨੇ T20 ਵਿੱਚ 3000 ਰਨ ਕੰਪਲੀਟ ਕੀਤੇ ਨੇ। ਸੋ ਰੋਹਿਤ ਸ਼ਰਮਾ ਤੋਂ ਪਹਿਲਾਂ ਵਿਰਾਟ ਕੋਹਲੀ ਟੌਪ ਦੇ ਉੱਤੇ ਨੇ। ਉਸ ਤੋਂ ਬਾਅਦ ਦੂਜੇ ਨੰਬਰ ਤੇ ਕੌਣ ਹੈ? ਨਿਊਜ਼ੀਲੈਂਡ ਦੇ ਮਾਰਟਿਨ ਗਪਟਿਲ ਤੇ ਹੁਣ ਥਰਡ ਪਲੇਸ ਹਾਸਿਲ ਕੀਤੀ ਹੈ ਰੋਹਿਤ ਸ਼ਰਮਾ ਨੇ। ਸੋ ਇਹ ਤੁਸੀਂ ਤਿੰਨੋਂ ਨਾਮ ਯਾਦ ਰੱਖਣੇ ਆ।
नेक्स्ट इज इंडियाज फर्स्ट फिजिकल नैशनल योग आसना चैंपीयनशिप कित्थे करवाई गई। सो यह नवंबर 11 तो लैके 13 ਨੂੰ ਹੋਈ भुवनेश्वर ओडिशा ਵਿੱਚ। ਨੈਕਸਟ ਫਰਸਟ ਮੈਚ ਨੇ ਜਿਹੜੇ ਬਰਮਿੰਗਮ 2022 ਕਾਮਨਵੈਲਥ ਗੇਮ ਦੇ ਉਹ ਅਨਾਉਂਸ ਹੋ ਚੁੱਕੇ ਨੇ। ਸੋ ਉਰੋਂ ਪਹਿਲਾਂ ਤਾਂ ਤੁਸੀਂ ਇਹ ਚੀਜ਼ ਯਾਦ ਰੱਖ ਲਓ ਵੀ 2022 ਕਾਮਨਵੈਲਥ ਕਿੱਥੇ ਹੋਣਗੀਆਂ, ਬਰਮਿੰਗਮ। ਸੋ ਵਿਮਨ ਕ੍ਰਿਕਟ ਹੈ ਜਿਹੜੀ ਉਹ ਪਹਿਲੀ ਵਾਰੀ ਇਸ ਫਾਰਮੈਟ 'ਚ ਆ ਰਹੀ ਹੈ, ਕਾਮਨਵੈਲਥ ਗੇਮ ਵਿੱਚ ਆ ਰਹੀ ਹੈ ਤੇ ਉਹਦਾ ਫਾਰਮੈਟ ਰਹੂਗਾ T20। ਸੋ ਇਹ ਆਪਣਾ ਡੈਬਿਊ ਕਰ ਰਹੇ ਨੇ ਕਾਮਨਵੈਲਥ ਗੇਮਸ 'ਚ। ਸੋ ਇਹ ਵੀ ਤੁਸੀਂ ਯਾਦ ਰੱਖਣਾ। नेक्स्ट कम साइंस। सो साइंस ਨਾਲ ਰਿਲੇਟਡ ਦੋ ਤਿੰਨ ਇੰਪੋਰਟੈਂਟ ਕਰੰਟ ਅਫੇਅਰ ਨੇ। ਪਹਿਲਾ ਹੈ ਗੂਗਲ ਦੀ ਪੇਰੈਂਟ ਕੰਪਨੀ ਹੈ ਐਲਫਾਬੈਟ। ਸੋ ਇਹਨੇ ਆਪਣੀ ਇੱਕ ਨਵੀਂ ਕੰਪਨੀ ਖੋਲੀ ਹੈ ਲੰਡਨ ਵਿੱਚ। ਉਹਦਾ ਨਾਮ ਕੀ ਹੈ, ਆਈਸੋਮੋਰਫਿਕ ਲੈਬ। ਸੋ ਗੂਗਲ, ਉਹਦੀ ਪੇਰੈਂਟ ਕੰਪਨੀ ਐਲਫਾਬੈਟ, ਜਿਹਨੇ ਨਵੀਂ ਕੰਪਨੀ ਖੋਲੀ ਹੈ ਆਈਸੋਮੋਰਫਿਕ। ਸੋ ਇਹ ਤੁਸੀਂ ਤਿੰਨੋਂ ਨਾਮ ਯਾਦ ਰੱਖਣੇ ਆ। ਨੈਕਸਟ IBM ਕਾਰਪੋਰੇਸ਼ਨ ਨੇ ਇੱਕ ਕਲਾਇੰਟ ਇਨੋਵੇਸ਼ਨ ਸੈਂਟਰ ਖੋਲਿਆ ਮਾਈਸੂਰੂ ਵਿੱਚ। ਨੈਕਸਟ ਇਜ਼ ਹੋਮਗ੍ਰੋਨ ਮੋਬਾਈਲ ਫੋਨ ਕੰਪਨੀ ਲਾਵਾ ਇੰਟਰਨੈਸ਼ਨਲ। ਇਹ ਪਹਿਲੀ ਇੰਡੀਅਨ ਬ੍ਰਾਂਡ ਬਣੀ ਹੈ ਜਿਨੇ 5G ਸਮਾਰਟਫੋਨ ਲਾਂਚ ਕੀਤੇ ਨੇ ਡੋਮੈਸਟਿਕ ਕੰਜ਼ਿਊਮਰ ਲਈ। ਸੋ ਤੁਸੀਂ ਯਾਦ ਰੱਖਣਾ ਹੈ ਲਾਵਾ ਇੰਟਰਨੈਸ਼ਨਲ। ਨੈਕਸਟ ਕਮ ਕੁਝ ਇੰਪੋਰਟੈਂਟ ਰੈਂਕਸ ਤੇ ਰਿਪੋਰਟ। ਸੋ ਇੰਡੀਆ ਦਾ ਗਲੋਬਲ ਕਲਾਈਮੇਟ ਚੇਂਜ ਪਰਫਾਰਮੈਂਸ ਇੰਡੈਕਸ 2022 ਵਿੱਚ ਕਿਹੜੀ ਪੋਜੀਸ਼ਨ ਰਹੀ ਹੈ। ਸੋ ਇੰਡੀਆ ਦਾ ਸਪੌਟ ਰਿਹਾ 10ਵਾਂ। ਤੇ ਇੱਕ ਇੰਪੋਰਟੈਂਟ ਚੀਜ਼ ਜਿਹੜੀ ਕਾਫੀ ਵਾਰੀ ਐਗਜ਼ਾਮ ਵਿੱਚ ਆਉਂਦੀ ਹੈ ਵੀ ਜਿਹੜਾ ਇੰਡੈਕਸ ਹੈ ਇਹਨੂੰ ਰਿਲੀਜ਼ ਕੌਣ ਕਰਦਾ ਹੈ। ਸੋ ਇਹਨੂੰ ਰਿਲੀਜ਼ ਕਰਦਾ ਹੈ ਜਰਮਨ ਵਾਚ। ਵੈਰੀ ਇੰਪੋਰਟੈਂਟ ਨੇਮ। ਲੌਜਿਸਟਿਕ ਈਜ਼ ਅਕ੍ਰੋਸ ਡਿਫਰੈਂਟ ਸਟੇਟ 2021 ਇੰਡੈਕਸ ਇਹਨੂੰ ਪਬਲਿਸ਼ ਕੀਤਾ ਹੈ ਕਮਰਸ ਤੇ ਇੰਡਸਟਰੀ ਦੀ ਮਿਨਿਸਟਰੀ ਨੇ ਤੇ ਇਹ ਤੀਜਾ ਐਡੀਸ਼ਨ ਹੈ ਇਸ ਇੰਡੈਕਸ ਦਾ। ਸੋ ਇਸ ਇੰਡੈਕਸ ਦੇ ਮੁਤਾਬਿਕ ਲੌਜਿਸਟਿਕ ਚੇਨ ਦੇ ਵਿੱਚ ਕਿਹੜੀਆਂ ਬੈਸਟ ਪਰਫਾਰਮਿੰਗ ਸਟੇਟਸ ਰਹੀਆਂ ਇੰਡੀਆ ਦੀਆਂ। ਸੋ ਉਹ ਰਹੀਆਂ ਨੇ ਗੁਜਰਾਤ, ਹਰਿਆਣਾ, ਪੰਜਾਬ। ਸੋ ਇਹ ਤੁਸੀਂ ਤਿੰਨੋਂ ਨਾਮ ਯਾਦ ਰੱਖਣੇ ਆ। ਨੈਕਸਟ ਇਜ਼ 30 ਕੰਟਰੀਜ਼ ਦੇ ਵਿੱਚੋਂ ਇੰਡੀਆ 18ਵੇਂ ਨੰਬਰ ਤੇ ਆਈ ਹੈ ਗਲੋਬਲ ਡਰੱਗ ਪਾਲਿਸੀ ਇੰਡੈਕਸ। ਸੋ ਇਹ ਪਹਿਲੀ ਵਾਰੀ ਇੰਡੈਕਸ ਕੱਢਿਆ ਗਿਆ, ਇਹਦਾ ਪਹਿਲਾ ਐਡੀਸ਼ਨ ਰਿਹਾ ਤੇ ਇਹਨੂੰ ਰਿਲੀਜ਼ ਕਿਹਨੇ ਕੀਤਾ ਹੈ, ਹਾਰਮ ਰਿਡਕਸ਼ਨ ਕੰਸੋਰਟੀਅਮ ਨੇ। ਸੋ ਇਹ ਤੁਸੀਂ ਰਿਲੀਜ਼ਿੰਗ ਅਥਾਰਟੀ ਦਾ ਨਾਮ ਵੀ ਯਾਦ ਰੱਖਣਾ ਹੈ ਤੇ ਇੰਡੀਆ ਦਾ ਰੈਂਕ 18। ਨੈਕਸਟ ਕੁਝ ਇੰਪੋਰਟੈਂਟ ਅਵਾਰਡਸ ਤੇ ਉਹਨਾਂ ਦੀ ਰੈਕੋਗਨੀਸ਼ਨਸ ਨੇ। ਕੰਨੜ ਐਕਟਰ ਜਿਨ੍ਹਾਂ ਦੀ ਰੀਸੈਂਟਲੀ ਡੈਥ ਹੋਈ ਹੈ ਪੁਨੀਤ ਰਾਜਕੁਮਾਰ, ਇਹਨਾਂ ਨੂੰ ਪੋਸਥੂਮਸਲੀ ਇੱਕ ਅਵਾਰਡ ਮਿਲਿਆ ਹੈ ਬਸਵ ਸ਼੍ਰੀ ਅਵਾਰਡ 2021 ਬਾਈ ਬ੍ਰਹਮਤ। ਨੈਕਸਟ ਪ੍ਰਿਯੰਕਾ ਮੋਹਿਤੇ, ਇਹਨਾਂ ਨੂੰ ਸਿਲੈਕਟ ਕੀਤਾ ਗਿਆ ਹੈ ਬਾਈ ਮਿਨਿਸਟਰੀ ਆਫ ਯੂਥ ਅਫੇਅਰ ਐਂਡ ਸਪੋਰਟਸ। ਕਿਹੜੇ ਅਵਾਰਡ ਦੇ ਲਈ, ਤੇਨਜ਼ਿੰਗ ਨੋਰਗੇ ਨੈਸ਼ਨਲ ਐਡਵੈਂਚਰ ਅਵਾਰਡ 2020। ਸੋ ਇਹਨਾਂ ਦਾ ਕਿਸ ਚੀਜ਼ ਲਈ ਅਵਾਰਡ ਮਿਲਿਆ ਹੈ, ਇਹਨਾਂ ਦਾ ਲੈਂਡ ਐਡਵੈਂਚਰ ਦੇ ਵਿੱਚ ਬਹੁਤ ਵਧੀਆ ਕੰਟਰੀਬਿਊਸ਼ਨ ਰਿਹਾ ਹੈ, ਯੋਗਦਾਨ ਰਿਹਾ ਹੈ। ਸੋ ਇਹਨਾਂ ਦੇ ਆਊਟਸਟੈਂਡਿੰਗ ਕੰਟਰੀਬਿਊਸ਼ਨ ਇਨ ਦ ਫੀਲਡ ਆਫ ਲੈਂਡ ਐਡਵੈਂਚਰ, ਇਹਦੇ ਲਈ ਇਹ ਇੰਪੋਰਟੈਂਟ ਪ੍ਰਾਈਜ਼ ਮਿਲਿਆ। ਸੋ ਤੁਸੀਂ ਨਾਮ ਯਾਦ ਰੱਖਣਾ ਹੈ ਪ੍ਰਿਯੰਕਾ ਮੋਹਿਤੇ। ਨੈਕਸਟ ਗੋਆ ਮੈਰੀਟਾਈਮ ਕਨਕਲੇਵ 2021, ਇਹਦਾ ਤੀਜਾ ਐਡੀਸ਼ਨ ਹੋਇਆ ਹੈ ਤੇ ਇਹਨੂੰ ਕਿਹਨੇ ਕਰਵਾਇਆ ਹੈ, ਇੰਡੀਅਨ ਨੇਵੀ ਨੇ। 7 ਨਵੰਬਰ ਤੋਂ ਲੈ ਕੇ 9 ਨਵੰਬਰ ਤੱਕ ਇਹ ਕਿੱਥੇ ਹੋਇਆ, ਨੇਵਲ ਵਾਰ ਕਾਲਜ ਗੋਆ। ਤੇ ਇਸ ਸਾਲ ਦਾ ਗੋਆ ਮੈਰੀਟਾਈਮ ਕਨਕਲੇਵ ਦਾ ਥੀਮ ਕੀ ਰਿਹਾ। ਸੋ ਥੀਮ ਇਜ਼ ਵੈਰੀ ਇੰਪੋਰਟੈਂਟ ਫॉर एग्जाम। ਥੀਮ ਸੀ ਮੈਰੀਟਾਈਮ ਸਿਕਿਉਰਿਟੀ ਐਂਡ ਐਮਰਜਿੰਗ ਨॉन ट्रेडिशनल थ्रेट, अ केस फॉर प्रोएक्टिव रोल फॉर IOR नेवी। नेक्स्ट डिफेंस न्यूज। चौथा स्कॉर्पियन सबमरीन ऑफ प्रोजेक्ट 75 यार्ड 11878 ਇਹ ਡਿਲੀਵਰ ਕੀਤਾ ਗਿਆ ਇੰਡੀਅਨ ਨੇਵੀ ਨੂੰ ਤੇ ਇਹ ਕਮਿਸ਼ਨ ਹੋਊਗਾ ਐਸ ਇੰਡੀਅਨ ਨੇਵਲ ਸ਼ਿਪ ਵੈਲਾ। ਸੋ ਇਹ ਤੁਸੀਂ ਨਾਮ ਯਾਦ ਰੱਖਣਾ ਹੈ। 32nd ਐਡੀਸ਼ਨ ਕਰਵਾਇਆ ਗਿਆ ਇੰਡੋ ਥਾਈ ਕਾਰਪੇਟ ਦਾ ਕੋਆਰਡੀਨੇਟਡ ਪੈਟਰੋਲ ਦਾ ਬਿਟਵੀਨ ਇੰਡੀਅਨ ਨੇਵੀ ਐਂਡ ਰਾਇਲ ਥਾਈ ਨੇਵੀ। ਸੋ ਜਿਹੜੀਆਂ ਵੀ ਇਹ ਐਕਸਰਸਾਈਜ਼ਸ ਹੁੰਦੀਆਂ ਨੇ ਡਿਫੈਂਸ ਨਾਲ ਰਿਲੇਟਡ एग्जाम ਦੇ ਲਈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਨੈਕਸਟ ਇਜ਼ ਬੁੱਕਸ ਐਂਡ ਆਥਰ। ਇੱਕ ਨਵੀਂ ਬੁੱਕ ਜਿਹਦਾ ਟਾਈਟਲ ਹੈ ਸਿਨੇਮਾ ਆਫ ਸਤਿਆਜੀਤ ਰੇ। ਇਹਦੇ ਆਥਰ ਕੌਣ ਨੇ, ਭਾਸਕਰ ਚਟੋਪਾਧਿਆਏ। ਸੋ ਇਹ ਰਿਲੀਜ਼ ਕੀਤੀ ਗਈ ਹੈ। ਬੇਸਿਕਲੀ ਇਹਦੇ ਵਿੱਚ ਡੀਟੇਲਸ ਨੇ ਲੈਜੈਂਡਰੀ ਇੰਡੀਅਨ ਫਿਲਮ ਮੇਕਰ ਸਤਿਆਜੀਤ ਰੇ ਦੀਆਂ। ਮਨੋਹਰ ਲਾਲ ਖੱਟਰ ਕੌਣ ਨੇ, ਹਰਿਆਣਾ ਦੇ ਚੀਫ ਮਿਨਿਸਟਰ। ਇਹਨਾਂ ਨੇ ਇੱਕ ਬੁੱਕ ਰਿਲੀਜ਼ ਕੀਤੀ ਹੈ ਮਾਡਰਨ ਇੰਡੀਆ ਫॉर सिविल सर्विसेज एंड अदर कॉम्पिटिटिव एग्जाम। ਤੇ ਇਸ ਬੁੱਕ ਨੂੰ ਆਥਰ ਕਿਨੇ ਕੀਤਾ, ਪੂਨਮ ਦਲਾਲ ਦਈਆ ਨੇ।
Asim Chawla, one of India's leading tax lawyer and well-known international tax policy expert, ਇਹਨਾਂ ਨੇ ਇੱਕ book release ਕੀਤੀ ਹੈ ਜਿਹਨੂੰ ਮੈਟ੍ਰਿਕਸ ਪਬਲਿਸ਼ਰਸ ਨੇ ਪਬਲਿਸ਼ ਕੀਤਾ ਹੈ। ਸੋ ਇਸ ਬੁੱਕ ਦਾ ਨਾਮ ਹੈ ਫਾਈਂਡਿੰਗ ਅ ਸਟ੍ਰੇਟ ਲਾਈਨ ਬਿਟਵੀਨ ਟਵਿਸਟ ਐਂਡ ਟਰਨ ਐਨ imperfect yet honest reflection on the Indian tax landscape। Former Union Minister and Congress leader Salman Khurshid ਇਹਨਾਂ ਨੇ recently ਇੱਕ book ਰਿਲੀਜ਼ ਕੀਤੀ ਹੈ। ਇਹ ਕਾਫੀ ਕੰਟਰੋਵਰਸੀ ਵਿੱਚ ਵੀ ਰਹਿ ਰਹੀ ਹੈ ਬੁੱਕ, ਜਿਹਦਾ ਨਾਮ ਹੈ ਸਨਰਾਈਜ਼ ਓਵਰ ਅਯੋਧਿਆ ਨੇਸ਼ਨਹੁੱਡ ਇਨ ਆਰ ਟਾਈਮ। ਸੋ ਜਿਹੜਾ ਅਯੋਧਿਆ ਵਰਡਿਕਟ ਆਇਆ, ਬਾਬਰੀ ਮਸਜਿਦ ਨਾਲ ਰਿਲੇਟਡ ਡਿਸੀਜਨ ਦਿੱਤਾ ਗਿਆ, ਉਹਦੇ ਉੱਤੇ ਬੁੱਕ ਹੈ। ਸੋ ਇਸ ਬੁੱਕ ਦੇ ਆਥਰ ਦਾ ਨਾਮ ਐਗਜ਼ਾਮ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਨੈਕਸਟ ਇਜ਼ ਨਹਿਰੂ ਦ ਡਿਬੇਟਸ ਦੈਟ ਡਿਫਾਈਨਡ ਇੰਡੀਆ। ਇਸ ਬੁੱਕ ਨੂੰ ਆਥਰ ਕੀਤਾ ਹੈ ਤ੍ਰਿਪੁਰ ਦਮਨ ਸਿੰਘ ਤੇ ਆਦਿਲ ਹੁਸੈਨ ਨੇ। ਸੋ ਇਹਦੇ ਦੋ ਆਥਰਸ ਨੇ। India's chief national badminton coach P. Gopi Chand formally launched his autobiography। So ਇਹਨਾਂ ਦੀ autobiography ਦਾ ਨਾਮ ਕੀ ਹੈ? Shuttler's Flick, Making Every Match Count, co-authored by Priya Kumar। Next is 15 ਨਵੰਬਰ ਨੂੰ ਜਨਜਾਤੀय ਗੌਰਵ ਦਿਵਸ ਦੇ ਨਾਮ ਦੇ ਨਾਲ ਮਨਾਇਆ ਜਾਇਆ ਕਰੂਗਾ। ਸੋ ਇਸ ਚੀਜ਼ ਦੀ ਡੈਕਲੇਰੇਸ਼ਨ ਦਿੱਤੀ ਹੈ ਯੂਨੀਅਨ ਕੈਬਨਿਟ ਨੇ, ਜਿਹਨੂੰ ਚੇਅਰ ਕੀਤਾ ਹੈ ਪੀਐਮ ਸ਼੍ਰੀ ਨਰਿੰਦਰ ਮੋਦੀ ਜੀ ਨੇ। ਸੋ 15 ਨਵੰਬਰ ਨੂੰ ਇਹ ਦਿਨ ਕਿਉਂ ਮਨਾਇਆ ਜਾਊਗਾ? ਕਿਉਂਕਿ ਇਸ ਦਿਨ ਸ਼੍ਰੀ ਬਿਰਸਾ ਮੁੰਡਾ ਜੀ ਦਾ ਜਨਮ ਦਿਨ ਹੁੰਦਾ ਹੈ। ਬਿਰਸਾ ਮੁੰਡਾ ਇਹਨਾਂ ਨੇ ਟ੍ਰਾਈਬਲ ਕਮਿਊਨਿਟੀਜ਼ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਮੂਵਮੈਂਟਸ ਨੂੰ ਲੀਡ ਕੀਤਾ, ਰੈਵੋਲੂਸ਼ਨ ਰਿਵੋਲਟਸ ਕੀਤੀਆਂ। ਸੋ ਸ਼੍ਰੀ ਬਿਰਸਾ ਮੁੰਡਾ ਜੀ ਨੂੰ ਟ੍ਰਾਈਬਲ ਕਮਿਊਨਿਟੀ ਦਾ ਪੂਰੇ ਦੇਸ਼ ਵਿੱਚ ਰੱਬ ਮੰਨਿਆ ਜਾਂਦਾ ਹੈ। ਸੋ ਇਸੇ ਲਈ ਇਹ ਦਿਨ ਉਹਨਾਂ ਦੇ ਬਰਥਡੇ ਨੂੰ ਕਮੈਮੋਰੇਟ ਕਰਨ ਦੇ ਲਈ ਐਲੋਕੇਟ ਕੀਤਾ ਹੈ। ਸੋ 15 ਨਵੰਬਰ ਤੋਂ ਜਨਜਾਤੀय ਗੌਰਵ ਦਿਵਸ ਮਨਾਇਆ ਜਾਇਆ ਕਰੂ। Next, important current affair related to Punjab। ਦੋ important rules ਤੇ bill introduce ਕੀਤੇ ਨੇ ਪੰਜਾਬ ਕੈਬਨਿਟ ਨੇ, ਜਿਹਨੂੰ ਹੈਡ ਕੀਤਾ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਜੀ ਨੇ। ਇੱਕ ਹੈ ਪੰਜਾਬ ਵਿੱਚ ਟਿਸ਼ੂ ਕਲਚਰ ਲੈ ਕੇ ਆਉਣ ਦੇ ਲਈ। ਸੋ ਪੰਜਾਬ ਟਿਸ਼ੂ ਕਲਚਰ ਬੇਸਡ ਸੀਡ ਪੋਟੇਟੋ ਰੂਲ 2021। ਦੂਜਾ ਪੰਜਾਬ ਹਾਰਟੀਕਲਚਰ ਨਰਸਰੀ ਬਿੱਲ 2021। ਬੇਸਿਕਲੀ ਜਿਹੜਾ ਹਾਰਟੀਕਲਚਰ ਵਾਲਾ ਬਿੱਲ ਹੈ ਇਹ ਪੁਰਾਣੇ ਐਕਟ ਦੇ ਵਿੱਚ ਕੁਝ ਅਮੈਂਡਮੈਂਟ ਲੈ ਕੇ ਆਊਗਾ। ਸੋ ਜਿਹੜਾ ਪੰਜਾਬ ਫਰੂਟ ਨਰਸਰੀ ਐਕਟ ਸੀ 1961 ਦਾ, ਉਹਨੂੰ ਅਮੈਂਡ ਕਰਕੇ ਇਹ ਬਿੱਲ ਨੂੰ ਲਿਆਂਦਾ ਗਿਆ। ਨੈਕਸਟ, ਓਡੀਸ਼ਾ ਸਰਕਾਰ ਨੇ ਰੋਡ ਸੇਫਟੀ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਇਨੀਸ਼ੀਏਟਿਵ ਲਾਂਚ ਕੀਤਾ ਹੈ ਜਿਹਦਾ ਨਾਮ ਹੈ ਰਕਸ਼ਕ। ਬੈਂਗਲੁਰੂ ਕਰਨਾਟਕਾ ਚੀਫ ਮਿਨਿਸਟਰ ਬਸਵਰਾਜ ਬੋਮਾਈ। ਸੋ ਇਹਨਾਂ ਨੇ ਕੁਝ ਸਰਕਾਰੀ ਸਰਵਿਸਿਜ਼ ਲੋਕਾਂ ਤੱਕ ਉਹਨਾਂ ਦੇ ਘਰ ਦਰਵਾਜ਼ੇ ਤੇ ਪਹੁੰਚਣ, ਡੋਰ ਸਟੈਪ ਤੇ ਆਫਰ ਕੀਤੀਆਂ ਨੇ, ਜਿਨ੍ਹਾਂ ਦਾ ਨਾਮ ਹੈ ਜਨ ਸੇਵਕ ਸਕੀਮ। Union Minister of Minority Affairs organized 31st Hunar Haat, the Kumbh of Kaushal Kuber, Brajraj Utsav at Vrindavan, Mathura, UP। So basically ਜੋ ਵੀ talented ਇੰਡੀਆ ਦੇ ਕ੍ਰਾਫਟਸਮੈਨ ਨੇ, ਆਰਟੀਜ਼ਨ ਨੇ, ਹੱਥੀਂ ਕੰਮ ਕਰਨ ਵਾਲੇ ਕੋਈ ਹੈਂਡੀਕ੍ਰਾਫਟ ਨੇ, ਉਹਨਾਂ ਸਾਰਿਆਂ ਦੇ ਲਈ ਇੱਕ ਪਲੇਟਫਾਰਮ ਦਿੱਤਾ ਜਾਂਦਾ ਹੈ ਹੁਨਰ ਹਾਟ ਦੇ ਵਿੱਚ, ਜਿੱਥੇ ਆ ਕੇ ਉਹ ਆਪਣੀ ਕਲਾ ਨੂੰ ਦਿਖਾ ਸਕਦੇ ਨੇ। ਉਹਨਾਂ ਨੂੰ ਬੇਸਿਕਲੀ ਇੱਕ ਛੋਟੇ ਲੈਵਲ ਤੋਂ ਇੱਕ ਵੱਡੇ ਪਲੇਟਫਾਰਮ ਦੇ ਉੱਤੇ ਆਉਣ ਦਾ ਮੌਕਾ ਮਿਲਦਾ ਹੈ। ਨੈਕਸਟ, ਰਿਜ਼ਰਵ ਬੈਂਕ ਨੇ ਇੱਕ ਪਹਿਲਾ ਗਲੋਬਲ ਹੈਕੇਥਨ ਲਾਂਚ ਕੀਤਾ ਹੈ ਜਿਹਦਾ ਨਾਮ ਹੈ ਹਾਰਬਿੰਜਰ 2021 ਇਨੋਵੇਸ਼ਨ ਫॉर ਟ੍ਰਾਂਸਫਰਮੇਸ਼ਨ। ਸੋ ਇਹਦਾ 2021 ਦਾ ਥੀਮ ਕੀ ਸੀ ਹਾਰਬਿੰਜਰ ਦਾ? ਸਮਾਰਟਰ ਡਿਜੀਟਲ ਪੇਮੈਂਟ, ਵੈਰੀ ਵੈਰੀ ਇੰਪੋਰਟੈਂਟ। ਨੈਕਸਟ, ਚਿਲਡਰਨ ਫੋਕਸਡ ਫਿਨਟੈਕ ਜੂਨੀਓ। ਸੋ ਜੂਨੀਓ ਨੇ ਲਾਂਚ ਕੀਤਾ ਹੈ ਇੱਕ ਸਮਾਰਟ ਮਲਟੀਪਰਪਸ ਕਾਰਡ ਪ੍ਰੀ ਟੀਨਸ ਦੇ ਲਈ ਜਾਂ ਟੀਨੇਜਰਸ ਦੇ ਲਈ ਰੂਪੇ ਪਲੇਟਫਾਰਮ ਉੱਤੇ। ਸੋ ਇਹ ਤੁਸੀਂ ਨਾਮ ਯਾਦ ਰੱਖਣਾ ਹੈ, ਜੂਨੀਓ ਐਂਡ ਰੂਪੇ ਪਲੇਟਫਾਰਮ। ਬੰਧਨ ਬੈਂਕ। ਸੋ ਬੰਧਨ ਬੈਂਕ ਨੇ ਅਸਾਮ ਦੇ ਵਿੱਚ ਆਪਣੇ ਬੈਂਕ ਦਾ ਇੱਕ ਬ੍ਰਾਂਡ ਅੰਬੈਸਡਰ ਚੁਣਿਆ ਹੈ। ਸੋ ਉਹ ਬ੍ਰਾਂਡ ਅੰਬੈਸਡਰ ਹੈ ਪਪੂਲਰ ਐਸਐਮਈਜ਼ ਐਂਡ ਬਾਲੀਵੁੱਡ ਸਿੰਗਰ ਜ਼ੁਬੀਨ ਗਰਗ। ਮੌਰੀਨਾਰੀ ਵਤਾਨਬੇ ਇਹ ਦੁਬਾਰਾ ਤੋਂ ਇਲੈਕਟ ਕੀਤੇ ਗਏ ਨੇ ਐਜ਼ ਪ੍ਰੈਜ਼ੀਡੈਂਟ ਆਫ ਇੰਟਰਨੈਸ਼ਨਲ ਜਿਮਨਾਸਟਿਕ ਫੈਡਰੇਸ਼ਨ 3 ਸਾਲ ਦੇ ਸਮੇਂ ਲਈ। ਸਤਿਆਨਾਰਾਇਣ ਪ੍ਰਧਾਨ ਇਹਨਾਂ ਨੂੰ ਅਪਾਇੰਟ ਕੀਤਾ ਗਿਆ ਹੈ ਐਨਸੀਬੀ ਦੇ ਡੀਜੀ। ਸੋ ਨਾਰਕੋਟਿਕ ਕੰਟਰੋਲ ਬਿਊਰੋ ਦੇ ਡਾਇਰੈਕਟਰ ਜਨਰਲ ਅਪਾਇੰਟ ਹੋਏ ਨੇ। ਵੈਰੀ ਇੰਪੋਰਟੈਂਟ ਨੇਮ ਐਸਐਨ ਪ੍ਰਧਾਨ। Now we'll talk about few important international affair। UK ਦੀ ਸਰਕਾਰ ਨੇ 5 ਪਾਉਂਡ ਦਾ ਇੱਕ ਕੋਇਨ ਅਨਵੀਲ ਕੀਤਾ ਹੈ ਮਹਾਤਮਾ ਗਾਂਧੀ ਜੀ ਦੀ ਲਾਈਫ ਤੇ ਲੈਗੇਸੀ ਨੂੰ ਕਮੈਮੋਰੇਟ ਕਰਨ ਲਈ।
ਨੈਕਸਟ ਚਾਈਨਾ ਨੇ ਲਾਂਚ ਕੀਤੀ ਹੈ ਵਰਲਡ ਦੀ ਪਹਿਲੀ ਅਰਥ ਸਾਇੰਸ ਸੈਟੇਲਾਈਟ ਜਿਹਦਾ ਨਾਮ ਹੈ ਗੁਆਂਗਮੂ SDG Sat 1। ਯੂਨਾਈਟਿਡ ਸਟੇਟਸ ਆਫ ਅਮਰੀਕਾ ਸੋ ਇਹਨੇ ਇੰਟਰਨੈਸ਼ਨਲ ਸੋਲਰ ਅਲਾਈਅੰਸ ਨੂੰ ਜੁਆਇਨ ਕੀਤਾ ਹੈ ਵੈਰੀ ਇੰਪੋਰਟੈਂਟ ਕੁਐਸਚਨ ਐਜ਼ ਅ ਮੈਂਬਰ ਕੰਟਰੀ। US ਸਪੇਸ ਏਜੰਸੀ ਨਾਸਾ ਤੇ ਐਲਨ ਮਸਕ ਦੀ ਆਪਣੀ ਓਨ ਪ੍ਰਾਈਵੇਟ ਰਾਕਟ ਕੰਪਨੀ ਹੈ ਸਪੇਸ ਐਕਸ। ਇਹਨਾਂ ਦੋਨਾਂ ਨੇ ਮਿਲ ਕੇ ਲਾਂਚ ਕੀਤਾ ਹੈ ਕ੍ਰਿਊ 3 ਮਿਸ਼ਨ 10 ਨਵੰਬਰ ਨੂੰ। ਸੋ ਤੁਸੀਂ ਇਹ ਦੋਨੋਂ ਨਾਮ ਯਾਦ ਰੱਖਣੇ ਆ। ਫੂਮੀਓ ਕਿਸ਼ੀਦੇ ਇਹ ਕੌਣ ਹੈ? ਇਹ ਲੀਡਰ ਨੇ ਲਿਬਰਲ ਡੈਮੋਕ੍ਰੈਟਿਕ ਪਾਰਟੀ ਦੇ ਤੇ ਦੁਬਾਰਾ ਤੋਂ ਪ੍ਰਾਈਮ ਮਿਨਿਸਟਰ ਬਣੇ ਨੇ ਜਾਪਾਨ ਦੇ। ਵੈਰੀ ਇੰਪੋਰਟੈਂਟ ਨੇ। Spanish German actor Daniel Brühl has been named the Goodwill Ambassador। ਸੋ ਇਹ ਬਣੇ ਨੇ Goodwill Ambassador World Food Program ਦੇ United Nations ਦੇ ਦੁਆਰਾ। ਸੋ ਨੈਕਸਟ ਹੁਣ ਆਪਾਂ ਲਾਸਟ ਵਿੱਚ ਗੱਲ ਕਰਨੀ ਹੈ ਇੰਪੋਰਟੈਂਟ ਹਾਈਲਾਈਟ ਆਫ ਦ ਵੀਕ। ਸੋ ਇਹ ਜੀ ਇੰਪੋਰਟੈਂਟ ਨਿਊਜ਼ ਜਿਹੜੀ ਆਪਾਂ ਨੇ ਇਸ ਹਫਤੇ ਦੇ ਵਿੱਚੋਂ 100% ਐਗਜ਼ਾਮ ਦੇ ਲਈ ਤਿਆਰ ਕਰਕੇ ਜਾਣੀ ਹੈ one of the most important thing for exam। ਸੋ ਉਹ ਹੈ ISSF ਕੱਪ ਪ੍ਰੈਜ਼ੀਡੈਂਟਸ ਕੱਪ। ਸੋ ਇੰਡੀਆ ਨੇ ਕੁੱਲ 5 ਮੈਡਲ ਜਿੱਤੇ। ਇੰਡੀਆ ਫਿਨਿਸ਼ ਦ ਇਨੌਗਰਲ ISL ਪ੍ਰੈਜ਼ੀਡੈਂਟ ਕੱਪ ਵਿਦ 5 ਮੈਡਲ ਜਿਹਦੇ ਵਿੱਚੋਂ 2 골ਡ ਰਹੇ 2 ਸਿਲਵਰ ਤੇ 1 ਬ੍ਰੌਂਜ਼। The invitation only tournament ਇਹ ਕਿੱਥੇ ਹੋਇਆ ਟੂਰਨਾਮੈਂਟ? ਸੋ ਇਹ ਹੋਇਆ ਪੋਲੈਂਡ ਵਿੱਚ। ਸੋ ਇਹ ਜਗ੍ਹਾ ਦਾ ਨਾਮ ਵੀ ਬਹੁਤ ਇੰਪੋਰਟੈਂਟ ਹੈ। Featuring top 12 shooters in each of the shotgun, pistol, rifle category। ਸੋ ਤੁਸੀਂ ਧਿਆਨ ਰੱਖਣਾ ਹੈ ਸ਼ੂਟਿੰਗ। ਇੰਡੀਆ ਦੀ ਮਨੂ ਭਾਕਰ ਨੇ 2 골ਡ ਮੈਡਲ ਜਿੱਤੇ one of the most important fact to remember। ਸੋ ਮੈਡਲ ਵਿਨਰਸ 골ਡ ਮਨੂ ਭਾਕਰ ਨੇ ਜਿੱਤੇ ਦੋਨੋਂ 골ਡ 25 ਮੀਟਰ ਰੈਪਿਡ ਫਾਇਰ ਪਿਸਟਲ ਮਿਕਸ ਟੀਮ ਕੰਪੀਟੀਸ਼ਨ ਵਿੱਚ ਤੇ 10 ਮੀਟਰ 에ਅਰ ਪਿਸਟਲ ਮਿਕਸ ਟੀਮ ਕੰਪੀਟੀਸ਼ਨ ਵਿੱਚ। ਨੈਕਸਟ ਸਿਲਵਰ ਮੈਡਲ ਜਿੱਤਿਆ ਇੱਕ ਰਾਹੀ ਸਰਨੋਬਤ ਨੇ ਦੂਜਾ ਸੌਰਵ ਚੌਧਰੀ। ਬ੍ਰੌਂਜ਼ ਮੈਡਲ ਜਿੱਤਿਆ ਅਭਿਸ਼ੇਕ ਵਰਮਾ ਨੇ। ਸੋ ਇਹ ਸਾਰੇ ਦੇ ਸਾਰੇ ਨਾਮ ਕੈਟੇਗਰੀ ਵਾਈਜ਼ ਤੁਸੀਂ ਯਾਦ ਰੱਖਣੇ ਆ। ਸੋ this was all about our important one-liner current affair from second week of November 2021। Please do subscribe to my channel. Keep supporting Victor's Knowledge. Thank you and good luck.